ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਬਿੱਲ ਪਾਸ ਕੀਤਾ ਗਿਆ। ਇਹ ਬਿੱਲ ਕੀ ਹੈ, ਇਸ ਦਾ ਫਾਇਦਾ ਕੀ ਹੋਊ, ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰਸਿੱਧ ਕਾਨੂੰਨੀ ਮਾਹਿਰ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ ਮੌਜੂਦ ਨੇ। ਟਾਂਡਾ ਸਾਹਿਬ, ਸਵਾਗਤ ਹੈ ਤੁਹਾਡਾ। ਜਿਸ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਵੱਲੋਂ ਕਿ ਇੱਕ ਵਿਸ਼ੇਸ਼ ਸੈਸ਼ਨ ਬੁਲਾਓ, ਫਿਰ ਇਹਨਾਂ ਬਿੱਲਾਂ ਨੂੰ ਜਾਂ ਇਹਨਾਂ ਬਿੱਲਾਂ ਦੇ ਖਿਲਾਫ ਬਿੱਲ ਲੈ ਕੇ ਆਓ ਕਾਨੂੰਨ ਦੇ ਖਿਲਾਫ ਰੱਦ ਕਰਨ ਦੇ ਲਈ। ਅੱਜ ਕੈਪਟਨ ਅਮਰਿੰਦਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਸਪੀਚ ਦਿੱਤੀ ਗਈ, ਇਹ ਬਿੱਲ ਪਾਸ ਹੋਏ। ਵੱਡੀ ਗੱਲ ਇੱਕ ਨਿਕਲ ਕੇ ਆਈ ਕਿ MSP ਤੋਂ ਘੱਟ ਜੇ ਕੋਈ ਖਰੀਦੂਗਾ ਤਾਂ ਉਹਨੂੰ 3 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ, ਜੁਰਮਾਨਾ ਵੀ ਹੋਊਗਾ, ਅਪਰਾਧਿਕ ਮਾਮਲਾ ਵੀ ਦਰਜ ਹੋਊਗਾ, ਹੋਰ ਵੀ ਕਈ ਫੈਸਲੇ ਨੇ। ਅੱਗੇ ਜਾ ਕੇ ਆਪਾਂ ਕਰਾਂਗੇ ਡਿਸਕਸ, ਪਰ ਇਸ ਦਾ ਆਧਾਰ ਕੀ ਹੈ, ਇਸ ਦਾ ਅਸਰ ਕੀ ਹੋਊਗਾ ਜਿਹੜਾ ਅੱਜ ਜੋ ਕੁਝ ਵੀ ਹੋਇਆ ਵਿਧਾਨ ਸਭਾ ਦੇ ਵਿੱਚ। ਦੋ ਕਾਨੂੰਨੀ ਪਹਿਲੂ ਹੈ ਜੀ। ਪਹਿਲਾ ਪਹਿਲੂ ਤਾਂ ਇਹ ਹੈ ਕਿ ਜਿਹੜੀ ਐਗਰੀਕਲਚਰ ਹੈ ਉਹ ਸਟੇਟ ਲਿਸਟ 'ਚ ਹੈ ਕਨਸਟੀਟਿਊਸ਼ਨ ਦੇ ਵਿੱਚ, ਟ੍ਰੇਡ ਹੈ ਉਹ ਵੀ ਸਟੇਟ ਲਿਸਟ 'ਚ ਹੈ ਜੀ, ਕਾਮਰਸ ਕੰਕਰੈਂਟ ਲਿਸਟ 'ਚ ਹੈ। ਸੂਬੇ ਨੇ, ਪੰਜਾਬ ਨੇ ਇਸ ਢੰਗ ਦੇ ਨਾਲ ਇਹ 3 ਕਾਨੂੰਨ ਬਣਾਏ ਹੈ ਕਿ ਇਹਨਾਂ ਨੇ ਆਪਣੇ ਕਾਨੂੰਨ ਬਣਾ ਕੇ ਪਹਿਲਾਂ ਤਾਂ ਤਿੰਨੇ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਆਪਣੇ ਹੱਥ 'ਚ ਲੈ ਲਈ ਕਿ ਅਸੀਂ ਕਿਸ ਦਿਨ ਇਹਨੂੰ ਨੋਟੀਫਾਈ ਕਰਾਂਗੇ। ਨੰਬਰ 2, ਉਹਨਾਂ ਨੇ ਇਹ ਵੀ ਇਹਦੇ ਵਿੱਚ ਪ੍ਰੋਵੀਜ਼ਨ ਕੀਤੀ ਹੈ ਕਿ ਮਾਰਕੀਟ ਫੀਸ ਉਹ ਕਲੈਕਟ ਕਰ ਸਕਦੇ ਆ, ਉਹ ਰੇਟ ਇਹ ਤੈਅ ਕਰਨਗੇ ਜੀ। ਤੀਸਰੀ ਚੀਜ਼ ਇਹਨਾਂ ਨੇ ਇਹ ਕੀਤੀ ਹੈ ਕਿ ਝੋਨਾ ਤੇ ਕਣਕ ਇਹਦੀ ਖਰੀਦ ਕੋਈ MSP ਤੋਂ ਘੱਟ ਨਹੀਂ ਕਰੂਗਾ। ਬਾਕੀ ਦਾ ਤੁਸੀਂ ਦਾ ਜ਼ਿਕਰ ਕੀਤਾ ਹੈ ਜੀ, ਉਹ ਇਹ ਹੈ ਕਿ ਜੇ ਕੋਈ ਵੀ ਸ਼ਖਸੀਅਤ ਚਾਹੇ ਕੰਪਨੀ ਹੋਵੇ, ਫਰਮ ਹੋਵੇ, ਇੰਡੀਵਿਜੂਅਲ ਹੋਵੇ, ਉਹ ਜੇ ਕਿਸੇ ਨੂੰ ਪ੍ਰੇਰਿਤ ਕਰਦੇ ਆ ਜਾਂ ਫੋਰਸ ਕਰਦੇ ਆ ਘੱਟ ਦੇ ਵਿੱਚ, ਤੇ ਤਾਂ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਕੀਤਾ ਹੈ। ਇਹਦੇ ਵਿੱਚ ਦੂਜਾ ਪ੍ਰੋਵੀਜ਼ਨ ਵੀ ਆ ਰਾਣਾ ਜੀ ਕਨਸਟੀਟਿਊਸ਼ਨ ਜੀ ਕਨਸਟੀਟਿਊਸ਼ਨ ਚ ਪ੍ਰੋਵੀਜ਼ਨ ਹੈ ਕਿ ਟ੍ਰੇਡ ਐਂਡ ਕਾਮਰਸ ਪੂਰੇ ਯੂਨੀਅਨ ਆਫ ਇੰਡੀਆ ਦੇ ਵਿੱਚ ਫ੍ਰੀ ਫਲੋ ਤੇ ਰਹੂਗੀ, ਕੋਈ ਰਿਸਟ੍ਰਿਕਟ ਨਹੀਂ ਕਰ ਸਕਦਾ। ਠੀਕ ਹੈ। ਸੋ ਇਹ ਹੁਣ ਅਲਟੀਮੇਟਲੀ ਇਹ ਕੋਰਟਸ ਡਿਸਾਈਡ ਕਰਨਗੀਆਂ ਕਿ ਐਕਟਸ ਇੰਪਲੀਮੈਂਟੇਬਲ ਵੀ ਹੈਗੇ ਕਿ ਨਹੀਂ। ਟਾਂਡਾ ਸਾਹਿਬ, ਇਹੀ ਸਵਾਲ ਸੀਗਾ ਕਿ ਹੁਣ ਬਿੱਲ ਪਾਸ ਹੋ ਗਿਆ ਵਿਧਾਨ ਸਭਾ ਦੇ ਵਿੱਚ, ਉਹ ਤੋਂ ਬਾਅਦ ਗਵਰਨਰ ਸਾਹਿਬ ਕੋਲੇ ਜਾਊਗਾ, ਉਹ ਸਿਗਨੇਚਰ ਕਰਨਗੇ ਨਹੀਂ ਕਰਨਗੇ ਇਹ ਉਹਨਾਂ ਤੇ ਡਿਪੈਂਡ ਹੈਗਾ, ਜਾਂ ਇਹ ਜਿਹੜੇ ਕਾਨੂੰਨ ਨੇ ਕੋਈ ਵੀ ਵੈਸੇ ਕੇਂਦਰ ਦਾ ਕਾਨੂੰਨ ਨੂੰ ਸਟੇਟ ਰੱਦ ਕਰ ਸਕਦੀ ਹੈ ਨਹੀਂ ਕਰ ਸਕਦੀ? ਨਹੀਂ, ਬਿਲਕੁਲ ਨਹੀਂ ਕਰ ਸਕਦੀ। ਇਸ ਕਾਨੂੰਨ ਨੂੰ ਪ੍ਰਵਾਨਗੀ ਜਿਹੜੀ ਦੇਣੀ ਹੈ ਉਹ ਰਾਸ਼ਟਰਪਤੀ ਜੀ ਨੇ ਦੇਣੀ ਹੈ, ਪ੍ਰਵਾਨਗੀ ਨਹੀਂ ਦੇ ਸਕਦਾ। ਇਹ ਕਾਨੂੰਨ ਲੀਗਲੀ ਇੰਪਲੀਮੈਂਟੇਬਲ ਵੀ ਹੈਗੇ ਕਿ ਨਹੀਂ ਹੈਗੇ, ਇਹਦੇ ਤੇ ਇੱਕ ਬੜਾ ਇਸ਼ੂ ਆਊਗਾ, ਉਹ ਕੋਰਟਸ 'ਚ ਜਾਊਗਾ। ਇਹ ਸਟੇਟ ਨੇ ਆਪਣਾ ਪੱਲਾ ਝਾੜਨ ਦੀ ਕੋਈ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ। ਮਤਲਬ ਇਹ ਜੇ ਅੱਜ ਅਸੀਂ ਦੇਖ ਰਹੇ ਹਾਂ ਕਿ ਕਾਂਗਰਸ ਦੇ ਕਈ ਆਗੂ ਢੋਲ ਵਜਾ ਰਹੇ ਨੇ, ਫੇਸਬੁੱਕ ਤੇ ਜਿਹੜੀ ਗੱਲ ਦੀ ਚਰਚਾ ਹੈਗੀ ਹੈ, ਉਹਨਾਂ ਨੂੰ ਇਹ ਲੱਗ ਰਿਹਾ ਹੈ ਜਾਂ ਇਹ ਸ਼ੋਅ ਕੀਤਾ ਜਾ ਰਿਹਾ ਹੈ ਕਿ ਅਸੀਂ ਲੜਾਈ ਅੱਜ ਹੀ ਜਿੱਤ ਲਈ ਹੈ। ਕੀ ਇਹਨੂੰ ਸਮਝ ਲਿਆ ਜਾਵੇ ਕਿ ਅੱਜ ਜੇ ਕਾਨੂੰਨ ਜਾਂ ਬਿੱਲ ਪਾਸ ਕਰਤੇ ਤਾਂ ਖਤਮ ਹੋ ਗਿਆ ਸਭ ਕੁਝ, ਜਿਹੜੀ ਗੱਲ ਕਿਸਾਨ ਜਿਹੜੇ ਨੇ ਉਹ ਬਰੀ ਹੋ ਗਏ, ਕੁਝ ਨਹੀਂ ਹੋਊਗਾ, ਹੁਣ ਜਿਹੜੀ MSP ਉਹ ਖਤਮ ਨਹੀਂ ਹੋਊਗੀ, ਸਾਰਾ ਕੁਝ ਸਹੀ ਰਹੂਗਾ? ਮੈਂ ਨਹੀਂ ਐਗਰੀ ਕਰਦਾ। ਇਹ ਕਾਨੂੰਨ ਤੇ ਛਾਣਨਾ ਲੱਗੂਗਾ, ਇਹ ਬੜਾ ਡਿਬੇਟੇਬਲ ਕੁਐਸਚਨ ਹੈ ਤੇ ਬਹੁਤ ਬੜਾ ਸਵਾਲੀ ਚਿੰਨ੍ਹ ਹੈ ਕਿ ਇਹ ਕਾਨੂੰਨ ਸਟੇਟ ਪਾਸ ਵੀ ਕਰ ਸਕਦੀ ਹੈ ਕਿ ਨਹੀਂ ਪਾਸ ਕਰ ਸਕਦੀ। ਇਹਦੇ ਤੇ ਬਹੁਤ ਲੰਬਾ ਲੀਗਲ ਬੈਟਲ ਹੋਊਗੀ, ਇੰਨਾ ਸੌਖਾ ਨਹੀਂ ਹੈ ਡਿਸਾਈਡ ਹੋਣਾ। ਐਂਡ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਟੇਟ ਦੇ ਉੱਤੇ ਪ੍ਰੈਸ਼ਰ ਇੰਨਾ ਸੀ ਜੀ ਕਿ ਸਟੇਟ ਨੇ ਆਪਣਾ ਪ੍ਰੈਸ਼ਰ ਝਾੜਨ ਲਈ ਇਹ ਕੀਤਾ। ਗਰਾਊਂਡ ਰਿਐਲਿਟੀ ਤੇ ਹਲੇ ਕੋਈ ਇੰਪੈਕਟ ਨਹੀਂ ਆਊਗਾ। ਤੇ ਜਿਹੜੀ ਗੱਲ MSP ਦੀ ਕੀਤੀ ਹੈ ਹੁਣ, ਉਹ ਸਿਰਫ ਕਣਕ ਤੇ ਝੋਨੇ ਦੇ ਹੀ ਕੀਤੀ ਗਈ ਹੈ ਵੀ ਜੇ ਉਹ ਤੋਂ ਕੋਈ ਘੱਟ ਖਰੀਦੂਗਾ ਤਾਂ ਉਹ ਇਸ ਕਾਨੂੰਨ ਦੇ ਅੰਡਰ ਆਊਗਾ ਕਿ ਜਿਹੜੀ ਗੱਲ ਜੁਰਮਾਨੇ ਦੀ ਹੈ ਜਾਂ ਅਪਰਾਧਿਕ ਮਾਮਲੇ ਦੀ ਹੈ। ਪਰ ਜਿਹੜੇ 22 ਚੀਜ਼ਾਂ ਹੋਰ ਨੇ, ਕੋਈ ਨਰਮਾ ਹੈ, ਕੋਈ ਮੱਕੀ ਹੈ, ਕੋਈ ਹੋਰ ਜਿਣਸਾਂ ਨੇ, ਉਹਦੀ MSP ਜੇ ਕੋਈ ਘੱਟ ਖਰੀਦਦਾ ਉਹਨੂੰ ਕਿਉਂ ਨਹੀਂ ਲਿਆ ਗਿਆ ਵਿੱਚ? ਇਹ ਵੀ ਸਵਾਲ ਹੈ। ਰਾਣਾ ਜੀ, ਮੈਂ ਤਾਂ ਐਜ਼ ਅ ਲੀਗਲ ਐਕਸਪਰਟ ਹੀ ਤੁਹਾਨੂੰ ਕਮੈਂਟ ਕਰ ਰਿਹਾ, ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਾ ਦੇਣਾ ਚਾਹੂੰਗਾ ਕਦੇ। ਦੇਖੋ, ਇਹ ਤਾਂ ਗਵਰਨਮੈਂਟ ਦੱਸੇ ਕਿ ਕਿਉਂ ਨਹੀਂ ਇਨਕਲੂਡ ਕੀਤੇ। ਗਵਰਨਮੈਂਟ ਨੂੰ ਨਜ਼ਰ ਆ ਰਿਹਾ ਹੈ ਕਿ ਕਾਨੂੰਨ ਪਾਸ ਕਰਨ ਦੇ ਵਿੱਚ ਦਿੱਕਤ ਕੀ ਆਊਗੀ। ਝੋਨਾ ਤੇ ਕਣਕ ਸਿਰਫ ਦਾ ਜ਼ਿਕਰ ਕੀਤਾ ਹੈ ਕਿ ਉਹ ਘੱਟ ਨਹੀਂ ਖਰੀਦੂਗਾ,
ਸੈਂਟਰ ਗਵਰਨਮੈਂਟ ਦਾ ਸਟੈਂਡ ਹੈ ਹਲੇ ਤੱਕ ਕਿ ਅਸੀਂ ਐਮਐਸਪੀ ਤੇ ਪ੍ਰੋਕਿਉਰਮੈਂਟ ਬੰਦ ਨਹੀਂ ਕਰਨੀ ਜੀ। ਜੋ ਬੰਦ ਨਹੀਂ ਕਰਨੀ ਤਾਂ ਜ਼ਿਮੀਂਦਾਰ ਘੱਟ ਵੇਚੂ ਕਿਉਂ? ਵਿਕਣੀ ਹੋਈ ਨਹੀਂ, ਪੋਸੀਬਲ ਹੀ ਨਹੀਂ ਹੈ ਜੇ ਪ੍ਰੋਕਿਉਰਮੈਂਟ ਹੁੰਦੀ ਰਹਿੰਦੀ। ਤੇ ਜਿਹੜੀਆਂ ਦੂਜੀਆਂ ਜਿਨਸਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ 23 ਹੈ ਟੋਟਲ, ਉਹ 23 ਦੇ ਵਿੱਚ ਅੱਜ ਵੀ ਨਰਮਾ 1000 ਰੁਪਏ ਘੱਟ ਵਿਕ ਰਿਹਾ ਜੀ। ਹੁਣ ਇਹ ਡਿਮਾਂਡ ਐਂਡ ਸਪਲਾਈ ਦਾ ਚੱਕਰ ਹੈ, ਪਲੱਸ ਉਹਦੇ ਚ ਮੋਇਸਚਰ ਹੈ, ਕੁਆਲਿਟੀ ਦੀ ਵੀ ਜ਼ਿਕਰ ਹੈ ਜੀ। ਮੱਕੀ ਇੱਥੇ 1000 ਨੂੰ ਵਿਕ ਗਈ, ਦਾਲਾਂ ਇਸ ਵਾਰ 10,000 ਤੇ ਪਹੁੰਚ ਗਈਆਂ, ਉਹ ਐਮਐਸਪੀ ਤੋਂ ਦੁੱਗਣੇ ਭਾਅ ਤੇ ਵਿਕ ਰਹੀ ਹੈ ਮੂੰਗੀ। ਹੁਣ ਜੇ ਉਹ ਇਨਕਲੂਡ ਕਰ ਲੈਂਦੇ ਜੀ, ਲੈਟਸ ਅਸਿਊਮ ਕਿ ਉਹ ਵੀ ਇਨਕਲੂਡ ਕਰ ਦਿੰਦੇ ਤੇ ਫਿਰ ਘੱਟ ਕੋਈ ਖਰੀਦ ਨਹੀਂ ਸਕਦਾ ਤੇ ਵਪਾਰੀ ਨੇ ਆਣਾ ਹੀ ਨਹੀਂ ਮੰਡੀ ਦੇ ਵਿੱਚ ਮਾਲ ਖਰੀਦਣ, ਸੋ ਜ਼ਿਮੀਂਦਾਰ ਕਿੱਥੇ ਲੈ ਕੇ ਜਾਊਗਾ? ਇਹ escape route ਹੈ ਗਵਰਨਮੈਂਟ ਦਾ। ਗਵਰਨਮੈਟ ਇਹ ਕਿਉਂ ਨਹੀਂ ਕਰਦੀ? ਗਵਰਨਮੈਟ ਪੰਜਾਬ ਸਰਕਾਰ ਐਕਟ ਪਾਸ ਕਰੇ ਕਿ ਜਿਹੜੀਆਂ ਦੂਜੀਆਂ ਪ੍ਰੋਡਿਊਸਾਂ ਅਸੀਂ ਐਮਐਸਪੀ ਤੇ ਖਰੀਦਾਂਗੇ ਜੋ ਤੋਂ ਘੱਟ ਕੋਈ ਵੇਚਦਾ। ਗਵਰਨਮੈਟ ਆਪਣੇ ਸਟਾਕ ਰੱਖੇ, ਸਟਾਕ ਰੱਖ ਕੇ ਗਵਰਨਮੈਂਟ ਟ੍ਰੇਡਿੰਗ ਕਰੇ ਰੈਸਟ ਆਫ ਦੀ ਕੰਟਰੀ ਨਾਲ। ਜੇ ਭਾਅ ਵੱਧ ਜਾਂਦੇ ਆ ਗਵਰਨਮੈਂਟ ਸਸਤਾ ਮਾਲ ਵੇਚਣਾ ਸ਼ੁਰੂ ਕਰ ਦੇਵੇ, ਜੇ ਭਾਅ ਘਟ ਜਾਂਦੇ ਆ ਐਮਐਸਪੀ ਤੋਂ ਗਵਰਨਮੈਂਟ ਖਰੀਦਣਾ ਸ਼ੁਰੂ ਕਰ ਲਵੇ। ਦੇਖੋ ਰਿਸਪੌਂਸਿਬਿਲਿਟੀ ਕੋਈ ਨਹੀਂ ਲੈਂਦਾ। ਆ ਇੱਕ ਕਾਗਜ਼ ਛਾਪ ਕੇ ਉਹ ਨਾ ਹਿੰਦੁਸਤਾਨ ਦੀ ਪ੍ਰੋਬਲਮ ਕੀ ਹੈ, ਅਸੀਂ ਕਾਨੂੰਨ ਐ ਪਾਸ ਕਰਦੇ ਆ ਜਿਵੇਂ ਟੋਕੇ ਦੇ ਵਿੱਚੋਂ ਪੱਠੇ ਨਿਕਲਦੇ ਹੁੰਦੇ ਤੇ ਅੱਧੇ ਕਾਨੂੰਨ ਤਾਂ 2000 ਦੇ ਤਕਰੀਬਨ ਤਾਂ ਇਸ ਸਰਕਾਰ ਨੇ ਪੁਰਾਣੇ ਕਾਨੂੰਨ ਰੱਦ ਕੀਤੇ, ਅੱਧੇ ਕਾਨੂੰਨ ਇੰਪਲੀਮੈਂਟ ਹੀ ਨਹੀਂ ਹੁੰਦੇ, ਕੋਈ ਦੇਖਦਾ ਹੀ ਨਹੀਂ ਇੰਪਲੀਮੈਂਟੇਸ਼ਨ ਕੀ, ਕਾਨੂੰਨ ਦੀ ਪਾਲਣਾ ਨਹੀਂ ਹੁੰਦੀ। ਇਹ ਤਾਂ ਮਹਿਜ਼ ਇੱਕ ਸਿਆਸੀ ਕੋਈ ਐਗਜ਼ਾਮਪਲਸ ਹੈਗੀਆਂ ਨੇ ਕਿ ਇਸ ਤਰ੍ਹਾਂ ਸੂਬਾ ਸਰਕਾਰ ਨੇ ਕੀਤਾ ਹੋਵੇ ਤਾਂ ਉਹ ਵਾਪਸ ਹੋ ਗਿਆ ਹੋਵੇ ਜਾਂ ਕੰਸੈਂਟ ਰਾਸ਼ਟਰਪਤੀ ਨੇ ਦਿੱਤੀ ਹੋਵੇ, ਕੋਈ ਇਸ ਤਰ੍ਹਾਂ ਦਾ? ਟੋਟਲੀ ਨਿਊ ਇਸ਼ੂ ਹੈ ਇਸ ਮਾਮਲੇ ਤੇ, ਇਹਦੇ ਤੇ ਨਵਾਂ ਲਾਅ ਮਰਜ ਹੋਊਗਾ, ਬਟ ਇਹਦੇ ਵਿੱਚ ਕੰਪਲਿਕੇਟਡ ਇਸ਼ੂਜ਼ ਹੈ। ਕੰਪਲਿਕੇਟਡ ਇਸ਼ੂਜ਼ ਇਹ ਹੈ ਕਿ ਇੱਕ ਤਾਂ ਸਟੇਟ ਲਿਸਟ ਦਾ ਜ਼ਿਕਰ ਹੈ, ਸੈਂਟਰ ਲਿਸਟ ਦਾ। ਹਾਂ ਬਿਲਕੁਲ, ਕੰਕਰੈਂਟ ਲਿਸਟ। ਇਹ ਥੋੜਾ ਜਿਹਾ ਸਮਝਾ ਵੀ ਦਿਓ ਸਾਡੇ ਦਰਸ਼ਕਾਂ ਨੂੰ ਵੀ 3 ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਨੇ ਜਿਨ੍ਹਾਂ ਤੇ ਸਟੇਟ ਕਾਨੂੰਨ ਬਣਾ ਸਕਦੀ ਹੈ, ਜਿਨ੍ਹਾਂ ਤੇ ਸੈਂਟਰ ਬਣਾ ਸਕਦੀ ਹੈ, ਜਾਂ ਕਿ ਵੀ ਹੁੰਦੀ ਹੈ ਕਿ ਜਿਨ੍ਹਾਂ ਤੇ ਸੈਂਟਰ ਬਣਾ, ਦੋਨਾਂ ਦੇ ਲਿਸਟ ਚ ਆਉਂਦੀਆਂ ਨੇ। ਰਾਣਾ ਜੀ ਇਹ ਹੈ ਲੋਕ ਤੇ ਪੋਲੀਟੀਕਲ ਪਾਰਟੀਆਂ ਵੀ ਹਮੇਸ਼ਾ ਇਸ ਕਿਸਮ ਦੀ ਐਡਵੋਕੇਸੀ ਕਰਦੇ ਰਹਿੰਦੇ ਆ ਕਿ ਹਿੰਦੁਸਤਾਨ ਇੱਕ ਦੇਸ਼ ਹੈ, ਬਟ ਹਿੰਦੁਸਤਾਨ ਸੂਬਿਆਂ ਦਾ ਮਿਲਨ ਹੈ। ਇਹਦਾ ਨਾਮ ਵੀ ਗਵਰਨਮੈਂਟ ਦਾ ਯੂਨੀਅਨ ਆਫ ਇੰਡੀਆ, ਜਿਵੇਂ ਯੂਨਾਈਟਿਡ ਸਟੇਟਸ ਆਫ ਅਮਰੀਕਾ, ਤੇ ਉਸ ਤੋਂ ਹਿੰਦੁਸਤਾਨ ਇਹ ਜਦ ਬਣਾਇਆ ਸੰਵਿਧਾਨ ਤਾਂ ਉਹਦੇ ਵਿੱਚ ਕੀਤਾ ਕਿ ਸੂਬਿਆਂ ਦਾ ਦਾਇਰਾ ਕਿਹੜਾ ਹੋਊਗਾ, ਉਹ ਡਿਫਾਈਨ ਕੀਤਾ, ਉਹਨੂੰ ਕਹਿੰਦੇ ਆ ਸਟੇਟ ਲਿਸਟ, ਕਿਹੜੇ ਕਿਹੜੇ ਇਸ਼ੂਜ਼ ਹਨ ਜਿਹੜੇ ਸਟੇਟ ਡੀਲ ਕਰੂਗੀ। ਫਿਰ ਇੱਕ ਬਣਾਈ ਸੈਂਟਰ ਲਿਸਟ ਕਿ ਜਿਹੜੀ ਯੂਨੀਅਨ ਗਵਰਨਮੈਂਟ ਹੈ, ਗਵਰਨਮੈਂਟ ਹੈ, ਉਹ ਕਿਹੜੇ ਏਰੀਆਜ਼ ਦੇ ਵਿੱਚ ਉਹਦਾ ਰਾਈਟ ਹੈ। ਫਿਰ ਤੀਸਰੀ ਲਿਸਟ ਬਣਾਈ ਕੰਕਰੈਂਟ ਲਿਸਟ। ਕੰਕਰੈਂਟ ਲਿਸਟ ਉਹ ਹੈ ਜਿਹਦੇ ਵਿੱਚ ਦੋਨਾਂ ਦਾ, ਸਟੇਟ ਦਾ ਵੀ ਹੈ, ਸੈਂਟਰ ਦਾ ਵੀ ਹੈ। ਹੁਣ ਇਹਦੇ ਵਿੱਚ ਐਗਰੀਕਲਚਰ, ਜਿਵੇਂ ਤੁਹਾਨੂੰ ਮੈਂ ਦੱਸਿਆ, ਇਹ ਸਟੇਟ ਲਿਸਟ ਹੈ, ਕਾਮਰਸ ਹੈ ਜਿਹੜਾ ਉਹ ਕੰਕਰੈਂਟ ਲਿਸਟ ਹੈ। ਪਰ ਕੱਲਾ ਇੰਨਾ ਹੀ ਨਹੀਂ ਹੈ, ਕਨਸਟੀਟਿਊਸ਼ਨ ਦੇ ਵਿੱਚ ਅਲੱਗ ਪ੍ਰੋਵੀਜ਼ਨ ਹੈ ਜਿਹਦੇ ਵਿੱਚ ਟ੍ਰੇਡ ਐਂਡ ਕਾਮਰਸ ਦੀ ਫਰੀडम ਹੈ, ਇੰਡੀਆ ਦੇ ਵਿੱਚ ਕੋਈ ਰੋਕਥਾਮ ਨਹੀਂ ਹੋ ਸਕਦੀ ਦੇ ਵਿੱਚ। ਜੇ ਉਸ ਨੂੰ ਦੇਖੋਗੇ ਉਸ ਆਰਟੀਕਲ ਨੂੰ ਤਾਂ ਉਹ ਇਹ ਐਕਟ ਦੇ ਹੈ, ਪਰ ਜਿੱਥੇ ਤੱਕ ਜੇ ਕੱਲਾ ਸਟੇਟ ਲਿਸਟ ਜ਼ਿਕਰ ਕਰੋਗੇ ਤਾਂ ਸ਼ਾਇਦ ਸੂਬੇ ਨੂੰ ਰਾਈਟ ਹੈ ਇਹ ਐਕਟ ਪਾਸ ਕਰਨ ਦਾ। ਪਰ ਇੱਥੇ ਇੱਕ ਹੋਰ ਵੱਡਾ ਸਵਾਲ ਹੈ ਟਾਂਡਾ ਸਾਹਿਬ ਕਿ ਐਗਰੀਕਲਚਰ ਆਪਾਂ ਕਹਿ ਰਹੇ ਹਾਂ ਕਿ ਸਟੇਟ ਸਬਜੈਕਟ ਹੈ ਤੇ ਟ੍ਰੇਡ ਵੀ ਤੁਸੀਂ ਕਹਿ ਰਹੇ ਹੋ ਸਟੇਟ ਹੈਗਾ ਏ, ਤੇ ਪਰ ਹੁਣ ਜਿਹੜਾ ਇਹ ਕਾਨੂੰਨ ਹੈ ਇਹ ਐਗਰੀਕਲਚਰ ਦਾ ਏ, ਇਹ ਟ੍ਰੇਡ ਦਾ ਏ, ਇਹ ਵੀ ਸਵਾਲ ਹੈ ਵਿੱਚ। ਦੇਖੋ ਐਪਰੈਂਟਲੀ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਬਣਾਏ ਹੈ ਐਕਟ, ਉਹ ਟ੍ਰੇਡ ਐਂਡ ਕਾਮਰਸ ਦੇ, ਟ੍ਰੇਡ ਐਂਡ ਕਾਮਰਸ, ਐਗਰੀਕਲਚਰ ਨਾਲ ਕੋਈ ਤਾਲੁਕ ਨਹੀਂ, ਪਰ ਜੁੜਿਆ ਤਾਂ ਖੇਤੀ ਨਾਲ ਹੋਇਆ ਸਿੱਧਾ ਸਿੱਧਾ। ਖੇਤੀ ਉਤਪਾਦਨ ਨਾਲ ਜੁੜਿਆ ਹੋਇਆ, ਉਹਨੇ ਖੇਤੀ ਤੇ ਰੋਕ ਤਾਂ ਨਹੀਂ ਲਾਈ, ਖੇਤੀ ਨੂੰ ਰੈਗੂਲੇਟ ਤਾਂ ਨਹੀਂ ਕੀਤਾ, ਟ੍ਰੇਡ ਐਂਡ ਕਾਮਰਸ ਨੂੰ ਰੈਗੂਲੇਟ ਕੀਤਾ। ਸੋ ਇਹ ਟ੍ਰੇਡ ਐਂਡ ਕਾਮਰਸ ਦਾ ਕਾਨੂੰਨ ਹੈ, ਕਿਉਂਕਿ ਕਾਮਰਸ ਆ ਗਿਆ ਤੇ ਨਾਲ ਟ੍ਰੇਡ ਆ ਗਈ ਤੇ ਕੰਕਰੈਂਟ ਲਿਸਟ। ਮਤਲਬ ਸੰਵਿਧਾਨ ਦੇ ਮੁਤਾਬਕ ਫਿਰ ਕੇਂਦਰ ਸਰਕਾਰ ਸਹੀ ਮੰਨੀ ਜਾਵੇ, ਇਸ ਕੇਂਦਰ ਸਰਕਾਰ ਦਾ ਰਾਈਟ ਬਣਦਾ ਹੈ। ਹੁਣ ਸਟੇਟ ਨੇ ਇਹ ਸਟੈਂਡ ਲੈ ਕੇ ਇਹ ਐਕਟਸ ਪਾਸ ਕੀਤੇ ਹੈ ਕਿ ਕੰਕਰੈਂਟ ਲਿਸਟ ਹੈਗਾ ਜੇ ਤੇ 2 ਸਟੇਟ ਲਿਸਟ ਹੈ ਤੇ ਅਸੀਂ ਆਪਣਾ ਕਾਨੂੰਨ ਬਣਾ ਸਕਦੇ ਹਾਂ ਜਿਹਦੇ ਚ ਇਹਦੇ ਤੇ ਸੰਸ਼ੋਧਨ ਕਰ ਸਕਦੇ ਹਾਂ, ਜਿਵੇਂ ਸੀਆਰਪੀ ਚ ਸੰਸ਼ੋਧਨ ਹੈ, ਆਈਪੀਸੀ ਚ ਹੈਗਾ ਕਿ ਅਸੀਂ ਉਹਦੀ ਅਮੈਂਡਮੈਂਟਸ ਕਰ ਸਕਦੇ ਹਾਂ। ਪਰ
ਉਹ ਉਸ ਆਰਟੀਕਲ ਕਨਸਟੀਟਿਊਸ਼ਨ ਨੂੰ ਕਿਵੇਂ ਨਜ਼ਰਅੰਦਾਜ਼ ਕਰਨਗੇ ਜਿਹਦੇ ਚ ਫ੍ਰੀ ਟ੍ਰੇਡ ਐਂਡ ਕਾਮਰਸ ਦਾ ਰਾਈਟ ਦਿੱਤਾ ਕੰਟਰੀ ਨੂੰ, ਇਨਸ਼ਰਾਈਨ ਕੀਤਾ। ਇਹ ਤਾਂ ਮੈਂ ਕਹਿ ਰਿਹਾ ਪਹਿਲੀ ਵਾਰ ਇਸ ਕਿਸਮ ਦਾ ਪਚੀਦਾ ਇਸ਼ੂ ਰਾਈਜ਼ ਹੋਇਆ। ਇਹ ਲੌਜੀਕਲ ਕਨਕਲੂਜਨ ਤਾਂ ਸੁਪਰੀਮ ਇਹ ਕੋਈ ਇਸ ਵੇਲੇ, ਕਿਉਂਕਿ ਦੇਖੋ ਸਾਰਿਆਂ ਦੀਆਂ ਨਜ਼ਰਾਂ ਨੇ ਇਸ ਵੇਲੇ, ਕਿਸਾਨਾਂ ਦੀਆਂ ਵੀ ਨੇ, ਇਹ ਅਸੀਂ ਜ਼ਿਆਦਾ ਵੱਡੀ ਗੱਲ ਇਹ ਸਮਝਣਾ ਚਾਹੁੰਦੇ ਆ ਕਿ ਅਸੀਂ ਇਹ ਕਾਨੂੰਨ ਬਣਾ ਕੇ ਕੀ ਅਸੀਂ ਸੁਰਖਰੂ ਹੋ ਗਏ ਜਾਂ ਹਾਲੇ ਲੜਾਈ ਹਾਲੇ ਬਹੁਤ ਵੱਡੀ ਬਾਕੀ ਆ? ਕੁਛ ਵੀ ਨਹੀਂ ਹੋਇਆ, ਸੁਰਖਰੂ ਕਿੱਥੋਂ ਹੋ ਗਏ? ਇੱਕ ਕਾਨੂੰਨ ਬਣਾਏ ਹੈ, ਇਹਨੂੰ ਰਾਸ਼ਟਰਪਤੀ ਜੀ ਕੋਲ ਜਾਊਗਾ ਜਾਂ ਈਵਨ ਗਵਰਨਰ ਵੀ ਰੈਫਰੈਂਸ ਬਣਾਉਣ ਤੋਂ ਪਹਿਲਾਂ ਉਹ ਕਾਨੂੰਨ ਦੇ ਜਿਹੜੇ ਮਾਹਰ ਹੈ ਉਹਨਾਂ ਦੀ ਰਾਏ ਲੈਣਗੇ। ਉਹ ਰਾਏ ਤੇ ਨਿਰਭਰ ਕਰੂਗਾ। ਜੇ ਉਹ ਰਿਜੈਕਟ ਕਰ ਦਿੰਦੇ ਆ, ਗਵਰਨਰ ਹੀ ਨੇ ਫਾਰਵਰਡ ਕਰਦੇ ਜਾਂ ਰਾਸ਼ਟਰਪਤੀ ਜੀ ਇਹਨੂੰ ਰਿਜੈਕਟ ਕਰ ਦਿੰਦੇ ਆ, ਫਿਰ ਇਹ ਕਾਨੂੰਨ ਦਾ ਐਵੇਂ ਵੇਸਟ ਪੇਪਰ ਹੈ, ਕਾਗਜ਼ਾਂ 'ਚ ਹੀ ਰਹਿ ਗਿਆ, ਕਾਗਜ਼ਾਂ 'ਚ ਹੀ ਰਹਿ ਜਾਣਾ। ਜਦ ਤੱਕ ਪ੍ਰੈਜ਼ੀਡੈਂਟ ਦੀ ਅਸੈਂਟ ਨਹੀਂ ਮਿਲਦੀ ਇਹ ਕਾਨੂੰਨ ਬਣਿਆ ਹੀ ਨਹੀਂ। ਕੱਲਾ ਵਿਧਾਨ ਸਭਾ 'ਚ ਬਿੱਲ ਪਾਸ ਕਰ ਲੈਣਾ ਕਾਨੂੰਨ ਨਹੀਂ ਬਣ ਜਾਂਦਾ। ਕਾਨੂੰਨ ਨਹੀਂ ਹੈ ਇਹ ਸਰ ਇੱਕ ਹੋਰ ਸਮਝਣਾ ਚਾਹਾਂਗੇ ਵੀ ਵਿਧਾਨ ਸਭਾ ਦੇ ਵਿੱਚ ਜਦੋਂ ਬਿੱਲ ਪਾਸ ਹੋ ਜਾਂਦੇ ਨੇ ਤਾਂ ਉਹਨੂੰ ਗਵਰਨਰ ਦੀ ਸਹੀ ਜ਼ਰੂਰੀ ਹੁੰਦੀ ਹੈ। ਉਹ ਮੰਨ ਲਓ ਉਹਨਾਂ ਨੇ ਸਹੀ ਪਾਤੀ, ਮੰਨ ਲਿਆ ਜਾਵੇ ਇੱਕ ਦਿਨ, ਕਿ ਉਹ ਵੀ ਕਾਨੂੰਨ ਬਣ ਜਾਂਦਾ ਜਾਂ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਹੀ ਵਿਧਾਨ ਸਭਾ ਦਾ ਵੀ ਕਾਨੂੰਨ ਜਿਹੜਾ ਪੰਜਾਬ ਦਾ ਬਣਨਾ? ਨਹੀਂ, ਪੰਜਾਬ ਦਾ ਤਾਂ ਜਿਹੜਾ ਕਾਨੂੰਨ ਹੈਗਾ ਜਿਹੜਾ ਸੂਬੇ ਦੇ ਦਾਇਰੇ 'ਚ ਹੈ ਉਹ ਗਵਰਨਰ ਦੀ ਕੰਸੈਂਟ ਦੇ ਬਾਅਦ ਬਣ ਜਾਣਾ। ਪਰ ਜਿੱਥੇ ਕੰਕਰੈਂਟ ਲਿਸਟ ਹੈ ਉਹ ਪਹੁੰਚੂਗੀ ਰਾਸ਼ਟਰਪਤੀ ਕੋਲ। ਠੀਕ ਹੈ, ਸੋ ਰਾਸ਼ਟਰਪਤੀ ਜੀ ਦੀ ਇਹਦੇ 'ਚ ਜ਼ਰੂਰੀ ਹੋ ਜਾਣਾ। ਮਤਲਬ ਕੱਲਾ ਗਵਰਨਰ ਸਾਹਿਬ ਨੇ ਜੇ ਸਿਗਨੇਚਰ ਕਰਤੇ ਕਾਨੂੰਨ ਫਿਰ ਵੀ ਬਣ ਨਹੀਂ ਸਕਦਾ, ਕਿਉਂਕਿ ਇਹ ਕੰਕਰੈਂਟ ਲਿਸਟ ਦੇ ਵਿੱਚ ਹੈ ਜਿਹਦੇ ਤੇ ਸੈਂਟਰ ਦਾ ਵੀ ਜਿਹੜਾ ਕਿਉਂਕਿ ਅਧਿਕਾਰ ਹੈਗਾ ਉਹਦੇ ਖੇਤਰ 'ਚ ਵੀ ਆਉਂਦਾ। ਕਨਕਲੂਸਿਵ ਸਟੈਪ ਹੈ ਜਿਹੜਾ ਉਹ ਅਸੈਂਟ ਹੈ। ਜਿੱਦਾਂ ਨੇ ਅਸੈਂਟ ਮਿਲਣੀ ਹੈ ਇਹਨੂੰ ਉਦਾਂ ਨੇ ਕਾਨੂੰਨ ਬਣਨਾ। ਉਹਨੂੰ ਅਸੈਂਟ ਦੇ ਵਿੱਚ ਕੀ ਹੋਣਾ ਹੈ, ਉਹਦੇ 'ਚ ਲੀਗਲ ਐਕਸਪਰਟਸ ਕੀ ਐਡਵਾਈਸ ਕਰਦੇ ਆ ਗਵਰਨਰ ਨੂੰ ਤੇ ਰਾਸ਼ਟਰਪਤੀ ਨੂੰ, ਤੇ ਕੀ ਹੁੰਦਾ ਹੈ ਜੇ ਉਹ ਡਿਕਲਾਈਨ ਹੁੰਦਾ ਹੈ ਤਾਂ ਸਟੇਟ ਫਿਰ ਲਿਟੀਗੇਸ਼ਨ 'ਚ ਜਾਊਗੀ। ਨਹੀਂ, ਜਿਹੜਾ ਇੰਨਾ ਕਿ ਤੁਸੀਂ ਲਾਗੂ ਕਰ ਸਕਦੇ ਹੋ ਕਿ ਤੁਸੀਂ ਐਮਐਸਪੀ ਤੋਂ ਘੱਟ ਖਰੀਦਣ ਵਾਲੇ ਤੇ ਮਾਮਲਾ ਦਰਜ ਕਰਵਾ ਸਕਦੇ ਹੋ? ਕਾਨੂੰਨ ਹੀ ਨਹੀਂ ਲਾਗੂ ਕਰ ਸਕਦੇ, ਨਹੀਂ ਲਾਗੂ ਕਰ ਸਕਦੇ, ਕਾਨੂੰਨ ਹੀ ਨਹੀਂ ਹੈ। ਇਹ ਲੀਗਲ ਟਰਮਸ ਦੇ ਵਿੱਚ ਕਾਨੂੰਨ ਜਿੱਦਨ ਅਸੈਂਟ ਮਿਲ ਜਾਣੀ ਹੈ ਉਦਨ ਕਾਨੂੰਨ ਬਣਨਾ। ਉਹ ਤਾਂ ਰਾਸ਼ਟਰਪਤੀ ਸਾਹਿਬ ਨੇ ਕਰਨਾ, ਉਹਦੇ ਬਾਅਦ ਫਿਰ ਨੋਟੀਫਿਕੇਸ਼ਨ ਹੋਣੀ ਹੈ, ਉਦਨ ਕਾਨੂੰਨ ਹੋਣਾ ਹੈ। ਨੋਟੀਫਿਕੇਸ਼ਨ ਹੋ ਨਹੀਂ ਸਕਦੀ ਜਦ ਤੱਕ ਅਸੈਂਟ ਨਹੀਂ ਬਣਨੀ। ਇਹ ਦੇਖੋ ਇਹਦੇ 'ਚ ਨਜ਼ਰ ਆਉਂਦਾ ਸਾਫ਼ ਜਿਹੜਾ ਪ੍ਰੀਐਮਬਲ ਲਿਖਿਆ ਹੈ, ਜਿਹੜਾ ਮੁੱਖ ਮੰਤਰੀ ਜੀ ਨੇ ਆਪਣੇ ਵੱਲੋਂ ਪਾਰਟਿਕੂਲਰਲੀ ਇਹਦੇ ਵਿੱਚ ਆਪਣਾ ਓਪੀਨੀਅਨ ਐਕਸਪ੍ਰੈਸ ਕੀਤਾ ਹੈ ਕਿ ਸਟੇਟ ਨੂੰ ਵੀ ਪਤਾ ਹੈ ਕਿ ਇਹ ਕਾਨੂੰਨ ਨੂੰ ਅਸੈਂਟ ਨਹੀਂ ਮਿਲਣੀ। ਇਹ ਇੱਕ ਪੋਲੀਟੀਕਲ ਕੰਜ਼ੰਪਸ਼ਨ ਲਈ ਕਾਨੂੰਨ ਪਾਸ ਹੋਏ ਹੈ। ਐਂਡ ਕੈਪਟਨ ਸਾਹਿਬ ਦਾ ਬਿਆਨ ਵੀ ਹੈ, ਜਿੱਥੇ ਤਾਈਂ ਮੈਂ ਹਲੇ ਕਲੈਰਿਟੀ ਨਾਲ ਨਹੀਂ ਸੁਣਿਆ, ਜੋ ਮੈਨੂੰ ਸੁਣਨ ਚ ਆਇਆ ਕਿ ਉਹਨਾਂ ਦਾ ਬਿਆਨ ਵੀ ਹੈ ਕਿ ਇਹ ਕਾਨੂੰਨ ਜਿਹੜੇ ਅਸੀਂ ਬਣਾਉਣ ਜਾ ਰਹੇ ਹਾਂ ਇਹ ਅਲਟੀਮੇਟਲੀ ਕੋਰਟ ਦੀ ਲਿਟੀਗੇਸ਼ਨ ਹੈ ਜਿਹੜੀ ਉਹਦੇ ਚ ਸਹਾਈ ਹੋਣਗੇ। ਇਹ ਆਇਆ ਬਰੀਫਿੰਗ ਦੇ ਵਿੱਚ ਵੀ ਇਹ ਗੱਲ ਲਿਖੀ ਆ ਉਹਨਾਂ ਨੇ ਕਿ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਇਹ ਇੱਕ ਆਧਾਰ ਬਣਨਗੇ। ਇਹਦਾ ਮਤਲਬ ਕੈਪਟਨ ਸਾਹਿਬ ਨੂੰ ਵੀ ਪਤਾ ਹੈ ਕਿ ਕਾਨੂੰਨ ਡਿਬੇਟੇਬਲ ਹੈ, ਸਟੇਟ ਦੇ ਰਾਈਟਸ ਹੈ ਜਿਹੜੇ ਡਿਬੇਟੇਬਲ ਹੈ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੋਰਟ 'ਚ ਜਾਣਾ ਹੈ। ਕੋਰਟ 'ਚ ਜਾਣ ਦਾ ਮਤਲਬ ਤੁਸੀਂ ਦੇਖ ਲਓ ਹੁਣ ਬਾਬਰੀ ਮਸਜਿਦ ਦਾ ਕਿੰਨੀ ਦੇਰ ਬਾਅਦ ਫੈਸਲਾ, 28 ਸਾਲ। ਤੁਹਾਡਾ ਪਾਣੀਆਂ ਦਾ ਮਸਲਾ ਕਦ ਫੈਸਲਾ? ਹਜੇ ਹੋਇਆ ਨਹੀਂ ਹੈਗਾ SYL। ਇਹ ਠੀਕ ਹੈ, ਇਹ ਬਲਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਬਲਾ ਟਲੀ ਨਹੀਂ। ਅੱਛਾ, ਬਹੁਤ ਸਾਰੇ ਲੋਕ ਹੁਣ ਵਾਟਰ ਆਫ ਟਰਮੀਨੇਸ਼ਨ ਐਕਟ ਨੂੰ ਵੀ ਨਾਲ ਹੀ ਜੋੜ ਲੈਂਦੇ ਨੇ ਕਿ ਕੈਪਟਨ ਸਾਹਿਬ ਨੇ ਵੱਡਾ ਸਟੈਪ ਲਿਆ ਸੀਗਾ, ਤੇ ਪਰ ਉਹਦਾ ਤੇ ਇਹਦਾ ਤਾਂ ਜ਼ਮੀਨ ਆਸਮਾਨ ਦਾ ਫਰਕ ਆ। ਉਹ ਦੋ ਸਟੇਟਾਂ ਦੇ ਵਿਚਾਲੇ ਸ਼ਾਇਦ ਸੀਗਾ ਜਿਹੜਾ ਸਮਝੌਤਾ, ਤੇ ਇਹ ਹੋਰ ਤਰ੍ਹਾਂ ਦਾ ਹੈ। ਉਹਦਾ ਤਾਂ ਜੀ ਸਟੇਟ ਦਾ ਕਾਨੂੰਨ ਸੀਗਾ, ਉਹ ਸਟੇਟ ਲਿਸਟ ਸੀਗਾ, ਐਂਡ ਉਹ ਕਾਨੂੰਨ ਦੇ ਵਿੱਚ ਮਾਫ ਕਰਨਾ ਕੋਈ ਪੰਜਾਬ ਦਾ ਭਲਾ ਨਹੀਂ ਹੋਇਆ। ਉਹ ਇਮੀਡੀਏਟ ਪਾਣੀ ਦੇਣ ਨੂੰ ਤਾਂ ਟਾਲ ਲਿਆ, ਰੱਦ ਕਰਤਾ ਐਗਰੀਮੈਂਟ, ਪਰ ਜਿਹੜਾ ਪਾਣੀ ਪਹਿਲਾਂ ਗਿਆ ਹੋਇਆ ਉਹਦੇ ਤੇ ਤਾਂ ਮੋਹਰ ਲਾਤੀ ਕੈਪਟਨ ਸਾਹਿਬ ਨੇ ਕਿ ਹਰਿਆਣੇ ਦਾ ਹੱਕ ਹੈ, ਉਹਦਾ ਪੰਜਾਬ ਦਾ ਗਲਾ ਵੱਢਤਾ। ਸੋ ਇਹ ਕਲੇਮ ਕਰਨਾ ਲੋਕ ਭੋਲੇ ਸਮਝਦੇ ਨਹੀਂ। ਹਰ ਬੰਦਾ ਚੀਚੀ ਤੇ ਚੀਰਾ ਲਾ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕਰਦਾ, ਉਹ ਜਿਹੇ ਸ਼ਹੀਦ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਅੱਛਾ, ਵੈਸੇ ਇਹ ਪੋਲੀਟੀਕਲ ਸਵਾਲ ਵੀ ਬਣ ਜਾਂਦਾ ਪਰ ਇਸ ਤਰ੍ਹਾਂ ਨਹੀਂ ਹੈਗਾ, ਕਿਉਂਕਿ ਅੱਜ ਕੈਪਟਨ ਸਾਹਿਬ ਨੇ ਇੱਕ ਅਪੀਲ ਕੀਤੀ ਆ ਕਿਸਾਨਾਂ ਨੂੰ ਕਿ ਤੁਸੀਂ ਜਿਹੜੇ ਬਲੌਕੇਡ ਹੈਗਾ ਇਹ ਹਟਾ ਦਿਓ, ਕਿਉਂਕਿ ਕੋਲਾ ਖਤਮ ਹੋ ਗਿਆ, ਬਿਜਲੀ ਸੰਕਟ ਹੈ, ਸਾਡੇ ਕੋਲੇ ਪੈਸੇ ਨਹੀਂ ਨੈਸ਼ਨਲ ਗ੍ਰਿਡ ਤੋਂ ਬਿਜਲੀ ਲੈਣ ਲਈ, ਤੇ ਇਸ ਤੋਂ ਬਿਨਾਂ ਖਾਦਾਂ ਦਾ ਵੀ ਸੰਕਟ ਹੈ, ਅਗਲੇ ਕਣਕ ਦੀ ਬਿਜਾਈ ਹੋਣੀ ਹੈ ਜਾਂ ਸਟੋਰੇਜ ਲਈ ਜਗ੍ਹਾ ਵੀ ਨਹੀਂ ਹੈਗੀ। ਤੇ ਹੁਣ ਅੱਗੇ ਸਟੇਟ ਸਰਕਾਰ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੋਣੀ ਆ, ਉਹ ਕੀ ਫੈਸਲਾ ਲੈਂਦੇ ਨੇ, ਪਰ ਵਪਾਰੀ ਵਰਗ ਨੂੰ ਵੀ ਨੁਕਸਾਨ ਹੈ, ਹੋਰ ਵੀ ਵੱਡੇ ਨੁਕਸਾਨ ਨੇ, ਸਟੇਟ ਦਾ ਅਲਟੀਮੇਟਲੀ ਨੁਕਸਾਨ ਹੈ ਇਹਦੇ ਵਿੱਚ। ਬਿਲਕੁਲ ਸਟੇਟ ਦਾ ਨੁਕਸਾਨ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਸਟੇਟ ਤੁਸੀਂ ਇਹ ਦੇਖੋ, ਤੁਹਾਡੀ ਜਿੰਨੀ ਐਕਸਪੋਰਟ ਹੈ
ਉਹ ਸਾਰੀ ਖੜ ਗਈ। ਜਿੰਨੀ ਨਵੀਂ ਪ੍ਰੋਡਕਸ਼ਨ ਹੈ ਉਹ ਖੜ ਗਈ, ਰॉ ਮਟੀਰੀਅਲ ਹੈ ਨਹੀਂ, ਤੁਹਾਡੇ ਕੰਟੇਨਰਸ ਹੈ ਨਹੀਂ। ਲੋਕਾਂ ਨੇ ਆਪਣੀਆਂ ਓਬਲੀਗੇਸ਼ਨਸ ਪੂਰੀਆਂ ਕਰਨੀਆਂ ਐਕਸਪੋਰਟ ਦੀਆਂ, ਉਹ ਪੂਰੀਆਂ ਨਹੀਂ ਹੋ ਪਾ ਰਹੀਆਂ ਕਿਉਂਕਿ ਕੰਟੇਨਰ ਹੀ ਨਹੀਂ ਹੈ, ਰੇਲ ਟਰੈਕਸ ਨਹੀਂ ਚੱਲ ਰਹੇ। ਸੋ ਸੂਬੇ ਦਾ ਨੁਕਸਾਨ ਇਹਦੇ ਨਾਲ ਵੀ ਹੈ। ਬਿਜਲੀ ਦਾ ਵੀ ਡੈਫੀਨੇਟਲੀ, ਜਦ ਬਿਜਲੀ ਪ੍ਰੋਡਿਊਸ ਨਹੀਂ ਹੋਊਗੀ, ਬਿਜਲੀ ਸਟੇਟ ਖਰੀਦੂਗੀ, ਤੇ ਇਹ ਜਿਹੜੇ ਪ੍ਰਾਈਵੇਟ ਪਲੇਅਰਸ ਹੈ ਇਹਨਾਂ ਨੂੰ ਤਾਂ ਪੈਸੇ ਬੈਠਿਆਂ ਨੂੰ ਦੇਣੇ ਪੈਣੇ ਆ, ਪਲੱਸ ਸਰਕਾਰ ਨੂੰ ਖਰੀਦਣਾ ਪੈਣਾ। ਹੁਣ ਇਹ ਸਰਕਾਰ ਕਿਸ ਹੱਦ ਤੱਕ ਟੋਲਰੇਟ ਕਰਦੀ ਹੈ, ਕਿਸ ਹੱਦ ਤੱਕ ਜਾਂਦੀ ਹੈ, ਇਹ ਸਰਕਾਰ ਦੇ ਡਿਸੀਜਨਸ ਹੈ। ਬਟ ਡੈਫੀਨੇਟਲੀ ਇਕਨੋਮਿਕ ਲਾਸ ਸਟੇਟ ਦਾ ਹੈ, ਇਨਕਨਵੀਨੀਅੰਸ ਟੂ ਇੰਡਸਟਰੀਅਲਿਸਟ ਐਂਡ ਟ੍ਰੇਡਰਸ ਹੈ। ਟਾਂਡਾ ਸਾਹਿਬ, ਐਜ਼ ਏ ਵਕੀਲ, ਐਜ਼ ਏ ਐਡਵੋਕੇਟ, ਤੁਹਾਡਾ ਸੁਝਾਅ ਕੀ ਹੈ ਵੀ ਜਿਹੜਾ ਇਹ ਕੇਂਦਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ, ਚਾਹੇ ਸਟੇਟ ਸਰਕਾਰਾਂ ਦੀ, ਅਪੋਜੀਸ਼ਨ ਦੀ ਜਾਂ ਕਿਸਾਨੀ ਧਿਰਾਂ ਦੀ, ਕਿ ਉਹ ਦਬਾਅ ਕਿਵੇਂ ਬਣੇ ਕਿ ਕੋਈ ਸੋਧ ਹੋ ਜਾਵੇ, ਕੋਈ ਅਮੈਂਡਮੈਂਟ ਹੋ ਜਾਵੇ, ਜਾਂ ਰੱਦ ਤਾਂ ਚਲੋ ਹਲੇ ਬਹੁਤ ਵੱਡੀ ਗੱਲ ਹੈ, ਪਰ ਸੋਧ ਹੀ ਹੋ ਜਾਵੇ ਜਿਹੜੀ ਗੱਲ ਦੀ ਮਨ ਚੱਲ ਰਹੀ ਹੈ? ਦੇਖੋ, ਇਹਦੇ ਚ ਲੀਗਲ ਐਂਗਲ ਤਾਂ ਕੋਈ ਹੈ ਨਹੀਂਗਾ। ਇੱਕ ਲੀਗਲੀ ਪਾਸਡ ਲਾਅ ਹੈ, ਗਵਰਨਮੈਂਟ ਆਫ ਇੰਡੀਆ ਨੇ ਪਾਸ ਕੀਤਾ ਜੀ, ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਜਾਂ ਹੋਰ ਵੀ ਦੇਸ਼ ਦੇ ਹਿੱਸਿਆਂ ਦੇ ਵਿੱਚ ਮਨਜ਼ੂਰ ਨਹੀਂ। ਉਹਨਾਂ ਨੂੰ ਇਸ ਕਾਨੂੰਨ ਤੇ ਬਹੁਤ ਬੜੇ ਖਦਸ਼ੇ ਹੈ, ਉਹਨਾਂ ਨੂੰ ਡਾਊਟ ਹੈ, ਤੇ ਕਿਸਾਨ 20 ਸਾਲਾਂ ਦਾ ਐਟਲੀਸਟ ਬਹੁਤ ਜ਼ਿਆਦਾ ਕਿਊਟ ਇਕਨੋਮਿਕ ਕ੍ਰਾਈਸਿਸ ਚ, ਉਹ ਪਤਾ ਨਹੀਂ ਕਿਵੇਂ ਚੱਲਦਾ ਆ ਰਿਹਾ ਸੀ ਅੱਜ ਤੱਕ ਕਿਸਾਨ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਜਿਹਦੀ 5 ਏਕੜ ਜ਼ਮੀਨ ਹੋਊਗੀ ਤੇ ਸਾਲ ਦੀ ਜੇ 1.5-2 ਲੱਖ ਕਮਾਈ ਹੋਗੀ, ਇੱਕ ਟੱਬਰ ਕਿਵੇਂ ਗੁਜ਼ਰ ਕਰਦਾ ਹੋਊਗਾ, ਇਸ ਬਾਰੇ ਕਿਸੇ ਨੇ ਕਦੇ ਧਿਆਨ ਨਹੀਂ ਦਿੱਤਾ ਜੀ। ਹੁਣ ਗਵਰਨਮੈਂਟ ਆਫ ਇੰਡੀਆ ਐਡਮੈਂਟ ਹੈ। ਮੈਨੂੰ ਲੱਗਦਾ ਹੈ ਕਿ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਜੇ ਪਬਲਿਕ ਨਾ ਚਾਹੁੰਦੀ ਹੋਵੇ ਤਾਂ ਕਾਨੂੰਨ ਵਿਡਰਾਅ ਕਰ ਲੈਣਾ ਚਾਹੀਦਾ। ਕਦੇ ਇਸ ਤਰ੍ਹਾਂ ਹੋਇਆ? ਵੈਸੇ ਤਾਂ ਕਿਸੇ ਸਟੇਟ ਦੇ ਵਿੱਚ ਜੇ ਕੋਈ ਨਾ ਚਾਹਵੇ ਇਹ ਕਾਨੂੰਨ ਲਾਗੂ ਕਰਨਾ ਤਾਂ ਉਹ ਨਾ ਹੋਵੇ, ਇਸ ਤਰ੍ਹਾਂ ਹੋ ਸਕਦਾ? ਸੰਭਵ ਹੈ? ਪ੍ਰੋਵੀਜ਼ਨ ਨਹੀਂ ਹੈ, ਇਸ ਕੋਈ ਕਾਨੂੰਨ ਨਹੀਂ ਹੈ, ਪਰ ਡੈਮੋਕ੍ਰੈਟਿਕ ਪ੍ਰੋਵੀਜ਼ਨਸ ਵੀ ਤਾਂ ਹੈ ਨਾ। ਤੁਸੀਂ ਇੰਗਲੈਂਡ ਦੇ ਵਿੱਚ ਦੇਖੋ, ਉਹਨਾਂ ਨੇ ਰੈਫਰੈਂਡਮ ਕਰਾਇਆ ਕਿ EU ਤੋਂ ਅਲੱਗ ਹੋਣਾ ਕਿ ਨਹੀਂ, ਉਹਨਾਂ ਨੇ ਰੈਫਰੈਂਡਮ ਕਰਾਇਆ ਸਕਾਟਲੈਂਡ ਨੇ ਅਲੱਗ ਹੋਣਾ ਕਿ ਨਹੀਂ। ਮਤਲਬ ਪੰਜਾਬ ਦੇਸ਼ ਦੀਆਂ ਜਿਹੜੀਆਂ ਭੂਗੋਲਿਕ ਸਥਿਤੀਆਂ ਨੇ, ਵੱਖ-ਵੱਖ ਰਾਜਾਂ ਦੀਆਂ, ਉੜੀਸਾ, ਬਿਹਾਰ, ਯੂਪੀ, ਰਾਜਸਥਾਨ, ਪੰਜਾਬ, ਇਹਦੇ ਵੱਖ-ਵੱਖ ਨੇ, ਕਾਨੂੰਨ ਸਾਰਿਆਂ ਲਈ ਇੱਕ ਬਣਾ ਦਿੱਤਾ ਜਾਂਦਾ ਜਦੋਂ ਵੀ ਕਿਤੇ ਹੁੰਦਾ। ਕਾਨੂੰਨ ਤਾਂ ਇੱਕੋ ਹੀ ਬਣੂਗਾ ਜੀ, ਕਾਨੂੰਨ ਤਾਂ ਦੋ ਨਹੀਂ ਬਣਨੇ ਨਾ। ਪ੍ਰੋਬਲਮ ਇਹ ਹੈ ਕਿ ਫੈਡਰਲ ਸਟਰਕਚਰ ਹੈ ਜਿਹੜਾ ਸਾਡਾ, ਉਹਦੇ ਵਿੱਚ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ, ਇਹ ਕਾਂਗਰਸ ਤੋਂ ਸ਼ੁਰੂਆਤ ਹੋਈ ਜੀ, ਤੇ ਬੀਜੇਪੀ ਉਹਨੂੰ ਹੋਰ ਅਗਰੈਸਿਵਲੀ ਫੋਲੋ ਕਰ ਰਹੀ ਹੈ ਕਿ ਸੈਂਟਰ ਨੂੰ ਸਟਰੋਂਗ ਕਰਕੇ ਸਟੇਟਾਂ ਨੂੰ ਲਤਾੜਨਾ ਸ਼ੁਰੂ ਕਰ ਦਿੱਤਾ। ਸੂਬਿਆਂ ਦੀ ਜੇ ਐਸਪੀਰੇਸ਼ਨਸ ਪੂਰੀਆਂ ਨਹੀਂ ਹੋਣਗੀਆਂ ਤਾਂ ਬਗਾਵਤ ਕਰਨਗੇ ਸੂਬੇ ਜੀ। ਇਹ ਸੂਬੇ ਸੈਂਟਰ ਦੇ ਮਤਹਿਤ ਨਹੀਂ ਹੈ, ਪਹਿਲਾਂ ਗੱਲ ਤਾਂ ਇਹ ਦੇਖ ਲੈਣੀ ਚਾਹੀਦੀ ਹੈ। ਇਹ ਅੱਗੇ ਡਿਬੇਟਸ ਹੁੰਦੀਆਂ ਸੀਗੀਆਂ ਜਦ ਮੈਂ MLA ਸੀ, ਕਾਂਗਰਸ ਵਾਲਿਆਂ ਨੇ ਕਹਿਣਾ ਸੈਂਟਰ ਦੇ ਪੈਸਿਆਂ ਨਾਲ ਪੰਜਾਬ ਚੱਲਦਾ, ਸੈਂਟਰ ਦੇ ਪੈਸਿਆਂ ਨਾਲ ਪੰਜਾਬ ਚੱਲਦਾ। ਹੁਣ ਬੀਜੇਪੀ ਵਾਲੇ ਕਹਿ ਦਿੰਦੇ ਆ ਸੈਂਟਰ ਦਾ ਪੈਸਾ ਨਹੀਂ ਹੈ। ਇਹ ਸਾਡਾ ਮੈਂਡੇਟ ਹੈ ਕਨਸਟੀਟਿਊਸ਼ਨ ਦਾ ਕਿ ਟੈਕਸ ਇਕੱਠਾ ਹੋ ਕੇ ਕਿਵੇਂ ਵੰਡਿਆ ਜਾਣਾ, ਬਿਲਕੁਲ ਉਵੇਂ ਵੰਡਿਆ ਜਾਂਦਾ ਹੈ। ਤੇ ਜੇ ਸੈਂਟਰ ਜ਼ਿਆਦਾ ਹਾਵੀ ਹੋ ਕੇ ਸਟੇਟ ਦੇ ਏਰੀਆਜ਼ ਦੇ ਵਿੱਚ ਦਖਲ ਅੰਦਾਜ਼ੀ ਸ਼ੁਰੂ ਕਰ ਦਊਗੀ ਤਾਂ ਸਟੇਟ ਘੁਟਨ ਮਹਿਸੂਸ ਕਰੂਗੀ। ਇਹਨੂੰ ਰੀਡਿਫਾਈਨ ਕਰਨ ਦੀ ਲੋੜ ਹੈ। ਸੈਂਟਰ ਸਟੇਟ ਰਿਲੇਸ਼ਨਸ਼ਿਪਸ ਦੇ ਵਿੱਚ ਕਲੈਰਿਟੀ ਦੇਣ ਦੀ ਲੋੜ ਹੈ। ਸੂਬਿਆਂ ਨੂੰ ਖੁਦ ਮੁਖਤਿਆਰੀ ਦੇਣ ਦੀ ਲੋੜ ਹੈ। ਸੂਬੇ ਵੀ ਕਹਾਂ ਦੇਣ। ਸੂਬੇ ਕੀ ਕਰਦੇ ਆ, ਜਿਹੜਾ ਤੀਜਾ ਪਹਿਲੂ ਹੈ ਡੈਮੋਕ੍ਰੇਸੀ ਦਾ, ਪੰਚਾਇਤੀ ਰਾਜ ਤੇ ਮਿਊਨਿਸਪਲ ਕਾਰਪੋਰੇਸ਼ਨਸ, ਉਹਨਾਂ ਤੋਂ ਖਤਮ ਹੀ ਕੀਤਾ ਹੋਇਆ। ਉਧਰ ਤਾਂ ਸੂਬਾ ਨਹੀਂ ਸੋਚਦਾ, ਸੂਬਾ ਵੀ ਤਾਂ ਸੋਚੇ ਨਾ, ਖੁਦ ਮੁਖਤਿਆਰੀ ਦਿਓ ਤੁਸੀਂ, ਪੰਚਾਇਤਾਂ ਨੂੰ ਖੁਦ ਮੁਖਤਿਆਰੀ ਦਿਓ, ਮਿਊਨਿਸਪਲ ਕਮੇਟੀਆਂ ਨੂੰ, ਕਾਰਪੋਰੇਸ਼ਨ ਨੂੰ ਖੁਦ ਮੁਖਤਿਆਰੀ ਦਿਓ। ਠੀਕ ਹੈ। ਲਾਸਟ ਦੇ ਵਿੱਚ ਜਾਂਦੇ ਜਾਂਦੇ ਜਿਹੜਾ ਅੱਜ ਦਾ ਘਟਨਾਕ੍ਰਮ ਹੋਇਆ ਹੈ, ਹਾਲੇ ਬਹੁਤ ਦੂਰ ਦੀ ਗੱਲ ਹੈ, ਦਿੱਲੀ ਹਾਲੇ ਦੂਰ ਹੈ। ਦਿੱਲੀ ਦੂਰ ਹੈ। ਇਹ ਡਰਾਮੇ ਦੇ ਵਿੱਚ ਇੱਕ ਸ਼ਾਰਟ ਐਕਟ ਸੀਗਾ, ਉਹ ਸ਼ਾਰਟ ਐਕਟ ਖਤਮ ਹੋਇਆ। ਇਹ ਤਾਂ ਅੱਗੇ ਬੜਾ ਚੱਲਣਾ, ਇਹਦਾ ਐਂਡ ਨਹੀਂ ਹੋਣਾ। ਬਹੁਤ ਧੰਨਵਾਦ ਹਰੀਸ਼ ਰਾਏ ਟਾਂਡਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸੋ ਹਾਲੇ ਅਸੀਂ ਕਿਉਂਕਿ ਕਾਨੂੰਨਨ ਪਹਿਲੂ ਦੇ ਤੌਰ ਤੇ ਕਿ ਕਿਵੇਂ ਬਿੱਲ ਜਿਹੜੇ ਨੇ ਕਾਨੂੰਨ ਬਣਦੇ ਨੇ, ਇਹ ਕਾਨੂੰਨ ਜਿਹੜਾ ਕਿਵੇਂ ਬਣੂਗਾ, ਕਿਵੇਂ ਇੰਪਲੀਮੈਂਟ ਹੋਊਗਾ, ਉਹ ਸਮਝਣ ਦਾ ਯਤਨ ਕੀਤਾ, ਤਾਂ ਹਾਲੇ ਜਿਹੜਾ ਬਹੁਤ ਦੂਰ ਹੈ। ਕਿਉਂਕਿ ਅੱਜ ਬਿੱਲ ਜਿਹੜਾ ਪਾਸ ਹੋਇਆ, ਫਿਰ ਗਵਰਨਰ ਸਾਹਿਬ ਦੀ ਮੋਹਰ ਲੱਗਣੀ ਹੈ, ਉਹ ਤੋਂ ਬਾਅਦ ਰਾਸ਼ਟਰਪਤੀ ਸਾਹਿਬ ਕੋਲੇ ਜਾਣਾ ਹੈ, ਉਹਨਾਂ ਦੀ ਕੰਸੈਂਟ ਤੋਂ ਬਾਅਦ ਇਹ ਕਾਨੂੰਨ ਬਣਨਾ ਹੈ। ਹੁਣ ਉਹ ਕੀ ਸੋਚਦੇ ਨੇ, ਰਾਸ਼ਟਰਪਤੀ ਪੰਜਾਬ ਦੀ ਸਰਕਾਰ ਦੀ ਗੱਲ ਮੰਨਦੇ ਨੇ ਨਹੀਂ ਮੰਨਦੇ, ਉਹਨਾਂ ਤੇ ਡਿਪੈਂਡ ਹੈ। ਪਰ ਹਾਲੇ ਇੰਨੀ ਜਲਦੀ ਨਹੀਂ ਹੈਗਾ ਕਿ ਅੱਜ ਜੇ ਅਸੀਂ ਬਿੱਲ ਪਾਸ ਕਰ ਦਿੱਤੇ ਨੇ ਤਾਂ ਅਸੀਂ ਜਿਹੜੇ ਕਾਨੂੰਨ ਹੈ ਬਣਾ ਵੀ ਦਿੱਤੇ ਜਾਂ ਇਹ ਲਾਗੂ ਹੋ ਗਿਆ, ਅਜਿਹਾ ਨਹੀਂ ਹੈ। ਫਿਲਹਾਲ ਲੜਾਈ ਹਾਲੇ ਲੰਬੀ ਚੱਲਣੀ ਹੈ। ਕੈਮਰਾਮੈਨ ਦੇਸਰਾਜ ਦੇ ਨਾਲ ਰਣਬੀਰ ਸਿੰਘ ਰਾਣਾ।